IPS ਮੈਥ ਕਲਾਸਿਸ YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਪੰਜਾਬ ਸਿੱਖਿਆ ਵਿਭਾਗ ਵੱਲੋਂ ਨਵਾਂ ਵਿਸ਼ੇ ਦੀ ਸ਼ੁਰੂਆਤ ਕੀਤੀ ਗਈ ਹੈ। ਵਿਸ਼ੇ ਦਾ ਨਾਮ ਹੈ ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਸਵਾਗਤ ਜ਼ਿੰਦਗੀ ਮੋਰਲ ਵੈਲਿਊ, ਨੈਤਿਕ ਕਦਰਾਂ ਕੀਮਤਾਂ ਨੂੰ ਸਿਖਾਉਂਦਾ ਹੋਇਆ ਇੱਕ ਨਵਾਂ ਵਿਸ਼ਾ ਹੈ। ਤਾਂ ਵਿਦਿਆਰਥੀਓ, ਅੱਜ ਆਪਾਂ 6ਵੀਂ ਜਮਾਤ ਦਾ ਪਹਿਲਾ ਜਿਹੜਾ ਪਾਠ ਹੈ, ਕਹਾਣੀ ਜਿਹੜੀ ਹੈ ਉਹ ਆਪਾਂ ਇਸ ਵੀਡੀਓ ਰਾਹੀਂ ਪੜ੍ਹਾਂਗੇ। ਤਾਂ ਵਿਦਿਆਰਥੀਓ, ਕਹਾਣੀ ਦਾ ਨਾਮ ਹੈ ਭੁੱਖ। ਤਾਂ ਬਹੁਤ ਹੀ ਵਧੀਆ ਇੰਟਰਸਟਿੰਗ ਕਹਾਣੀ ਹੈ ਵਿਦਿਆਰਥੀਓ। ਇਸ ਕਹਾਣੀ ਨੂੰ ਧਿਆਨ ਨਾਲ ਤੁਸੀਂ ਸੁਣਨਾ ਹੈ ਅਤੇ ਸਮਝਣਾ ਹੈ ਅਤੇ ਫਿਰ ਇਸ ਤੋਂ ਬਾਅਦ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਵਿਦਿਆਰਥੀਓ, ਆਓ ਆਪਾਂ ਸ਼ੁਰੂਆਤ ਕਰਦੇ ਹਾਂ। ਕਹਾਣੀ ਦਾ ਨਾਮ ਹੈ ਭੁੱਖ। ਸ਼ਨੀਵਾਰ ਦਾ ਦਿਨ ਸੀ। ਅਗਲੇ ਦਿਨ ਐਤਵਾਰ ਹੋਣ ਕਰਕੇ ਸਾਰੇ ਵਿਦਿਆਰਥੀ ਖੁਸ਼ ਸਨ। ਉਹ ਮਿਡ ਡੇ ਮੀਲ ਕੀ ਹੁੰਦਾ ਹੈ? ਦੁਪਹਿਰ ਦਾ ਖਾਣਾ ਜੋ ਸਕੂਲਾਂ ਵਿੱਚ ਮਿਲਦਾ ਹੈ, ਖਾਣ ਲਈ ਡਾਈਨਿੰਗ ਰੂਮ ਵਿੱਚ ਇਕੱਠੇ ਹੋਏ ਸਨ। ਅਧਿਆਪਿਕਾ ਸ਼੍ਰੀਮਤੀ ਕਮਲ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਹੱਥ ਸਾਬਣ ਨਾਲ ਧੋਣ ਲਈ ਕਿਹਾ। ਇਹ ਬਹੁਤ ਚੰਗੀ ਆਦਤ ਹੈ। ਖਾਣਾ ਖਾਣ ਤੋਂ ਪਹਿਲਾਂ ਹੱਥ ਆਪਾਂ ਨੂੰ ਸਾਬਣ ਨਾਲ ਧੋਣੇ ਚਾਹੀਦੇ ਹਨ। ਸਾਰੇ ਵਿਦਿਆਰਥੀ ਆਗਿਆ ਦਾ ਪਾਲਨ ਕਰਨ ਤੋਂ ਬਾਅਦ ਖਾਣਾ ਖਾਣ ਲਈ ਆਪਣੀਆਂ ਕੁਰਸੀਆਂ 'ਤੇ ਬੈਠ ਗਏ। ਸਾਰਿਆਂ ਨੂੰ ਖਾਣਾ ਪਰੋਸਿਆ ਗਿਆ। ਸਾਰੇ ਬੱਚਿਆਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਅਤੇ ਖਾਣਾ ਸ਼ੁਰੂ ਕਰ ਦਿੱਤਾ। ਕੁਝ ਬੱਚੇ ਚੁੱਪਚਾਪ ਖਾਣਾ ਖਾ ਰਹੇ ਸਨ ਅਤੇ ਕੁਝ ਗੱਲਾਂ ਕਰ ਰਹੇ ਸਨ। ਵਿਦਿਆਰਥੀਓ, ਸਾਨੂੰ ਖਾਣਾ ਜਿਹੜਾ ਹੈ ਚੁੱਪਚਾਪ ਖਾਣਾ ਚਾਹੀਦਾ ਹੈ, ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੀਆਂ। ਖਾਣਾ ਖਾਣ ਵੇਲੇ ਆਪਾਂ ਨੂੰ ਇੱਕ TV ਨਹੀਂ ਦੇਖਣਾ ਚਾਹੀਦਾ ਔਰ ਇੱਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਇਸ ਕਹਾਣੀ ਤੋਂ ਆਪਾਂ ਸਿੱਖਾਂਗੇ। ਉਸ ਤੋਂ ਬਾਅਦ ਵਿਦਿਆਰਥੀਓ, ਅਗਲੀ ਜਿਹੜੀ ਸਟੂਡੈਂਟ ਹੈ ਨੇਹਾ, ਜਿਹੜੀ ਸੀ ਨੇਹਾ ਉਦਾਸ ਚਿਹਰੇ ਨਾਲ ਡਗਮਗਾਉਂਦੀ ਆਈ। ਭੁੱਖ ਕਾਰਨ ਉਸ ਨੂੰ ਸਿਰਫ ਭੋਜਨ ਹੀ ਦਿਖਾਈ ਦੇ ਰਿਹਾ ਸੀ। ਨੇਹਾ ਉਦਾਸ ਚਿਹਰੇ ਨਾਲ ਡਗਮਗਾਉਂਦੀ ਆਈ। ਭੁੱਖ ਕਰਕੇ ਉਸ ਨੂੰ ਸਿਰਫ ਭੋਜਨ ਹੀ ਦਿਖਾਈ ਦੇ ਰਿਹਾ ਸੀ। ਉਹ ਕਾਹਲੀ ਨਾਲ ਆਪਣੀ ਜਗ੍ਹਾ 'ਤੇ ਬੈਠ ਗਈ। ਵਿਦਿਆਰਥੀਓ, ਨੇਹਾ ਇੱਕ ਸਟੂਡੈਂਟ ਸੀ। ਉਸ ਨੂੰ ਕਾਫੀ ਭੁੱਖ ਲੱਗੀ ਹੋਈ ਸੀ ਅਤੇ ਉਦਾਸ ਉਸਦਾ ਚਿਹਰਾ ਸੀ। ਡਗਮਗਾਉਂਦੀ ਹੋਈ ਉੱਥੇ ਆਈ ਅਤੇ ਉਹ ਆਪਣੀ ਜਗ੍ਹਾ 'ਤੇ ਬੈਠ ਗਈ। ਸਿਰਫ ਉਸ ਨੂੰ ਖਾਣਾ ਹੀ ਦਿਖਾਈ ਦੇ ਰਿਹਾ ਸੀ, ਹੋਰ ਉਸ ਨੂੰ ਕੁਛ ਨਹੀਂ ਦਿਖਾਈ ਦੇ ਰਿਹਾ ਸੀ। ਉਸ ਨੇ ਬਿਨਾਂ ਹੱਥ ਧੋਤੇ ਹੀ ਭੋਜਨ ਖਾਣਾ ਸ਼ੁਰੂ ਕਰ ਦਿੱਤਾ, ਜੋ ਕਿ ਚੰਗੀ ਗੱਲ ਨਹੀਂ ਹੈ। ਬਿਨਾਂ ਹੱਥ ਧੋਤੇ ਆਪਾਂ ਭੋਜਨ ਨਹੀਂ ਖਾਣਾ ਚਾਹੀਦਾ ਸਾਨੂੰ। ਕੁਝ ਖਾਣਾ ਇੱਧਰ ਉੱਧਰ ਖਿਲਰ ਗਿਆ, ਪਰ ਉਸ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ। ਖਾਣਾ ਖਤਮ ਕਰਨ ਤੋਂ ਬਾਅਦ ਉਹ ਜਲਦੀ ਵਿੱਚ ਬਿਨਾਂ ਹੱਥ ਧੋਤੇ ਉੱਥੋਂ ਚਲੀ ਗਈ। ਇਹ ਵੀ ਬਹੁਤ ਮਾੜੀ ਆਦਤ ਸੀ। ਹੱਥ ਧੋਣੇ ਬਹੁਤ ਜ਼ਰੂਰੀ ਨੇ। ਖਾਣਾ ਖਾਣ ਤੋਂ ਬਾਅਦ ਉਹ ਸੰਤੁਸ਼ਟ ਲੱਗ ਰਹੀ ਸੀ। ਇਸ ਤੋਂ ਬਾਅਦ ਸ਼੍ਰੀਮਤੀ ਕਮਲ ਜੀ ਇਹ ਸਭ ਚੁੱਪਚਾਪ ਦੇਖ ਰਹੇ ਸਨ। ਜੋ ਉਹਨਾਂ ਦੀ ਅਧਿਆਪਿਕਾ ਸੀ ਉਹ ਚੁੱਪਚਾਪ ਦੇਖ ਰਹੀ ਸੀ, ਪਰ ਉਹਨਾਂ ਨੇ ਅਜੇ ਇੱਕ ਵੀ ਸ਼ਬਦ ਬੋਲਣਾ ਠੀਕ ਨਹੀਂ ਸਮਝਿਆ ਅਤੇ ਸਹੀ ਸਮੇਂ ਦੀ ਉਡੀਕ ਕੀਤੀ। ਟੀਚਰ ਜਿਹੜੇ ਹੈ ਉਹ ਸਭ ਕੁਝ ਦੇਖ ਰਹੇ ਸਨ ਵੀ ਉਸਨੇ, ਨੇਹਾ ਨੇ ਖਾਣਾ ਕਿਸ ਤਰ੍ਹਾਂ ਖਾਧਾ ਬਿਨਾਂ ਹੱਥ ਧੋਤੇ ਹੀ। ਉਹ ਸਮਝ ਗਏ ਸਨ ਕਿ ਉਸ ਦੇ ਨਾਲ ਕੁਝ ਜ਼ਰੂਰ ਗਲਤ ਵਾਪਰਿਆ ਸੀ। ਉਤਸੁਕਤਾ ਨਾਲ ਅੱਧੀ ਛੁੱਟੀ ਤੋਂ ਬਾਅਦ ਉਹ ਨੇਹਾ ਦੀ ਕਲਾਸ ਵਿੱਚ ਗਏ। ਕੁਝ ਵਿਦਿਆਰਥੀ ਗੱਲਾਂ ਕਰ ਰਹੇ ਸਨ ਅਤੇ ਕੁਝ ਪੜ੍ਹ ਰਹੇ ਸਨ। ਵਿਦਿਆਰਥੀ ਉਹਨਾਂ ਦੀ ਅਧਿਆਪਕਾ ਨੇਹਾ ਦੀ ਕਲਾਸ ਵਿੱਚ ਗਈ ਅਤੇ ਉੱਥੇ ਕੁਝ ਬੱਚੇ ਗੱਲਾਂ ਕਰ ਰਹੇ ਸਨ ਅਤੇ ਕੁਝ ਪੜ੍ਹ ਰਹੇ ਸਨ। ਸ਼੍ਰੀਮਤੀ ਕਮਲ ਨੂੰ ਦੇਖ ਕੇ ਸਾਰੇ ਬੱਚੇ ਚੁੱਪ ਹੋ ਗਏ। ਆਮ ਤੌਰ 'ਤੇ ਇਸ ਤਰ੍ਹਾਂ ਹੀ ਹੁੰਦਾ ਹੈ, ਜਦੋਂ ਅਧਿਆਪਕ ਕਲਾਸ ਵਿੱਚ ਆ ਜਾਂਦਾ ਹੈ ਤਾਂ ਸਾਰੇ ਵਿਦਿਆਰਥੀ ਚੁੱਪ ਕਰ ਜਾਂਦੇ ਹਨ।
ਸ਼੍ਰੀਮਤੀ ਕਮਲ ਜੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਪੁੱਛਿਆ, ਅੱਜ ਤੁਹਾਡੇ ਵਿੱਚੋਂ ਕਿੰਨੇ ਬੱਚਿਆਂ ਨੇ ਨਾਸ਼ਤਾ ਕੀਤਾ ਹੈ। ਤੁਹਾਡੇ 'ਚੋਂ ਕਾਫੀ ਬੱਚੇ ਜਿਹੜੇ ਹੈ ਸੁਬਾਹ ਦਾ ਨਾਸ਼ਤਾ ਵੀ ਨਹੀਂ ਕਰਕੇ ਆਉਂਦੇ, ਤਾਂ ਇਸ ਲਈ ਮਿਡ ਡੇ ਮੀਲ ਖਾਣ ਵੇਲੇ ਉਸ ਨੂੰ ਬਹੁਤ ਭੁੱਖ ਲੱਗਦੀ ਹੈ। ਸਾਰੇ ਵਿਦਿਆਰਥੀਆਂ ਨੇ ਹਾਂ ਵਿੱਚ ਸਿਰ ਹਿਲਾਇਆ, ਪਰ ਨੇਹਾ ਚੁੱਪ ਰਹੀ। ਹੋ ਸਕਦਾ ਨੇਹਾ ਨੇ ਸੁਬਾਹ ਨਾਸ਼ਤਾ ਨਾ ਕੀਤਾ ਹੋਵੇ, ਇਸ ਲਈ ਉਸ ਨੂੰ ਦੁਪਹਿਰ ਦੇ ਖਾਣੇ ਦੀ ਭੁੱਖ ਲੱਗੀ ਸੀ। ਹੰਝੂਆਂ ਨੇ ਉਸ ਦਾ ਚਿਹਰਾ ਭਰ ਦਿੱਤਾ। ਨੇਹਾ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਸ਼੍ਰੀਮਤੀ ਕਮਲ ਜੀ ਨੇ ਨੇੜੇ ਹੋ ਕੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ। ਤਾਂ ਵਿਦਿਆਰਥੀਓ, ਕਾਫੀ ਬੱਚੇ ਵਿਦਿਆਰਥੀ ਹੈ ਜਿਨ੍ਹਾਂ ਨੂੰ ਸੁਬਾਹ ਦਾ ਖਾਣਾ ਜਿਹੜਾ ਹੈ ਉਹ ਮੁਸ਼ਕਿਲ ਨਾਲ ਪ੍ਰਾਪਤ ਹੁੰਦਾ ਹੈ, ਜਾਂ ਉਹਨਾਂ ਦੇ ਮਾਪਿਓ ਕੰਮ 'ਤੇ ਚਲੇ ਜਾਂਦੇ ਹਨ। ਨੇਹਾ ਨੀਵੀਂ ਪਾਈ ਰੋਂਦੀ ਰਹੀ। ਉਸ ਦੇ ਕੋਲ ਬੈਠੀ ਸਹੇਲੀ ਨੇ ਦੱਸਿਆ ਕਿ ਨੇਹਾ ਨੇ ਕੱਲ੍ਹ ਰਾਤ ਤੋਂ ਰੋਟੀ ਨਹੀਂ ਖਾਧੀ। ਸ਼੍ਰੀਮਤੀ ਕਮਲ ਜੀ ਨੇਹਾ ਨੂੰ ਉਠਾ ਕੇ ਬਾਹਰ ਲੈ ਗਏ। ਉਹਨਾਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਉਸ ਤੋਂ ਭੋਜਨ ਨਾ ਕਰਨ ਦਾ ਕਾਰਨ ਪੁੱਛਿਆ। ਨੇਹਾ ਨੇ ਦੱਸਿਆ ਕਿ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ। ਪਿਤਾ ਜੀ ਬਿਮਾਰ ਹੋਣ ਕਾਰਨ ਘਰ ਦੇ ਹਾਲਾਤ ਬਹੁਤ ਖਰਾਬ ਹਨ। ਉਸ ਨੇ ਸ਼੍ਰੀਮਤੀ ਕਮਲ ਨੂੰ ਦੱਸਿਆ ਕਿ ਕੱਲ੍ਹ ਰਾਤ ਤੋਂ ਉਸ ਨੇ ਕੁਝ ਨਹੀਂ ਖਾਧਾ ਸੀ, ਇਸ ਲਈ ਉਹ ਬਿਨਾਂ ਕੁਝ ਖਾਧਿਆਂ ਭੁੱਖੀ ਹੀ ਸਕੂਲ ਆ ਗਈ ਸੀ। ਤਾਂ ਵਿਦਿਆਰਥੀਓ, ਕਾਫੀ ਵਿਦਿਆਰਥੀਆਂ ਨਾਲ ਇਹ ਪ੍ਰੋਬਲਮ ਹੋ ਸਕਦੀ ਹੈ। ਨੇਹਾ ਦੀਆਂ ਅੱਖਾਂ ਵਿੱਚ ਭੁੱਖ ਕਾਰਨ ਬੇਚੈਨੀ ਅਤੇ ਗਰੀਬੀ ਝਲਕ ਰਹੀ ਸੀ। ਸ਼੍ਰੀਮਤੀ ਕਮਲ ਜੀ ਨੇ ਉਸ ਨੂੰ ਚੁੱਪ ਕਰਵਾਇਆ। ਸਾਰੇ ਵਿਦਿਆਰਥੀਆਂ ਨੂੰ ਭੋਜਨ ਇੱਕ ਦੂਜੇ ਨਾਲ ਸਾਂਝਾ ਕਰਨ ਦੀ ਸਲਾਹ ਦਿੱਤੀ ਗਈ। ਉਹਨਾਂ ਨੂੰ ਹੱਥ ਧੋਣ, ਖਾਣੇ ਦੀ ਮੇਜ਼ 'ਤੇ ਸਹੀ ਵਿਵਹਾਰ ਕਰਨ ਅਤੇ ਖਾਣ ਦੀਆਂ ਚੰਗੀਆਂ ਆਦਤਾਂ ਦੇ ਨਾਲ-ਨਾਲ ਖਾਣ ਦੇ ਸਲੀਕੇ ਦੀ ਮਹੱਤਤਾ ਬਾਰੇ ਸਮਝਾਇਆ ਗਿਆ। ਤਾਂ ਵਿਦਿਆਰਥੀਓ, ਖਾਣਾ ਕਿਸ ਤਰ੍ਹਾਂ ਖਾਣਾ ਹੈ ਇਸ ਅਭਿਆਸ ਦੇ ਵਿੱਚ ਜਿਹੜਾ ਹੈ ਦੱਸਿਆ ਗਿਆ ਹੈ। ਤਾਂ ਆਪਾਂ ਨੂੰ ਖਾਣਾ ਚੰਗੇ ਤਰੀਕੇ ਨਾਲ, ਸਲੀਕੇ ਨਾਲ ਖਾਣਾ ਚਾਹੀਦਾ ਹੈ। ਆਓ ਆਪਾਂ ਅਭਿਆਸ ਦੇ ਜਿਹੜੇ ਪ੍ਰਸ਼ਨ ਹੈ ਉਹਨਾਂ ਨੂੰ ਹੱਲ ਕਰਦੇ ਹਾਂ। ਇਸ ਜਿਹੜੀ ਕਹਾਣੀ ਤੋਂ ਆਪਾਂ ਕੀ ਸਿੱਖਿਆ, ਇਸ ਬਾਰੇ ਆਪਾਂ ਜਿਹੜੇ ਹੈ ਵਿਚਾਰ ਵਟਾਂਦਰਾ ਕੁਐਸਚਨਾਂ ਦੇ ਵਿੱਚ ਕਰਦੇ ਹਾਂ। ਸਭ ਤੋਂ ਪਹਿਲਾਂ, ਇਸ ਕਹਾਣੀ ਦੇ ਅੰਸ਼ ਅੱਖੀ ਡਿੱਠੇ ਸੱਚ 'ਤੇ ਆਧਾਰਿਤ ਹਨ। ਇਹ ਕਹਾਣੀ ਜਿਹੜੀ ਹੈ ਵਿਦਿਆਰਥੀਓ ਸੱਚੀ ਕਹਾਣੀ ਹੈ। ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸਭ ਤੋਂ ਪਹਿਲਾ ਪ੍ਰਸ਼ਨ ਇਸ ਦਾ ਤੁਸੀਂ ਉੱਤਰ ਦੇਣਾ ਹੈ। ਆਪਣੇ ਸ਼ਬਦਾਂ ਵਿੱਚ ਲਿਖੋ ਕਿ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ। ਕੁਐਸਚਨ ਨੰਬਰ 2, ਸ਼੍ਰੀਮਤੀ ਕਮਲ ਨੇ ਖਾਣੇ ਦੀ ਮੇਜ਼ 'ਤੇ ਸਹੀ ਵਿਵਹਾਰ ਕਰਨ ਅਤੇ ਖਾਣ ਦੀਆਂ ਚੰਗੀਆਂ ਆਦਤਾਂ ਬਾਰੇ ਕੀ ਕੁਝ ਸਮਝਾਇਆ ਹੋਵੇਗਾ। ਇਸ ਦੇ ਪ੍ਰਸ਼ਨ ਤੁਸੀਂ ਆਪਣੇ ਜਿਹੜੇ ਹੈ ਵਿਚਾਰ ਨਾਲ ਦੇਣੇ ਨੇ। ਪਿਆਰੇ ਬੱਚਿਓ, ਯਾਦ ਰੱਖੋ, ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਅਸੀਂ ਕੁਝ ਵੀ, ਕਿਤੇ ਵੀ ਅਤੇ ਕਿਸੇ ਤੋਂ ਵੀ ਸਿੱਖ ਸਕਦੇ ਹਾਂ ਅਤੇ ਹਰ ਚੰਗੀ ਆਦਤ ਨੂੰ ਆਪਣਾ ਬਣਾ ਸਕਦੇ ਹਾਂ। ਤੁਸੀਂ ਖਾਣ ਦੀਆਂ ਚੰਗੀਆਂ ਆਦਤਾਂ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਅਪਣਾ ਕੇ ਆਪਣੇ ਭਵਿੱਖ ਨੂੰ ਬੁਲੰਦੀਆਂ 'ਤੇ ਪਹੁੰਚਾ ਸਕਦੇ ਹੋ। ਸਾਡੀਆਂ ਆਦਤਾਂ ਸਾਡਾ ਮਾਰਗਦਰਸ਼ਨ ਕਰਦੀਆਂ ਹਨ। ਇਹੀ ਨਿੱਕੀਆਂ ਆਦਤਾਂ ਸਮਾਂ ਬੀਤਣ 'ਤੇ ਸਾਡੀ ਸ਼ਖਸੀਅਤ ਦਾ ਨਿਰਮਾਣ ਕਰਦੀਆਂ ਹਨ। ਨੈਕਸਟ ਕੁਐਸਚਨ, ਆਓ ਦੇਖੀਏ ਅਸੀਂ ਕੀ ਸਿੱਖਿਆ। ਆਪਣੇ ਅਧਿਆਪਕ ਨਾਲ ਇੱਕ ਕਰਕੇ ਹੇਠਾਂ ਦਿੱਤੇ 5 ਪ੍ਰਸ਼ਨਾਂ 'ਤੇ ਵਿਚਾਰ ਵਟਾਂਦਰਾ ਕਰੋ। ਤੁਹਾਨੂੰ ਪਤਾ ਹੈ, ਊੜਾ ਪ੍ਰਸ਼ਨ, ਕਿ ਖਾਣਾ ਖਾਣ ਵੇਲੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਹਾਡੀ ਕਲਾਸ ਵਿੱਚ ਇੱਕ ਵਿਦਿਆਰਥੀ ਅਜਿਹਾ ਹੈ ਜੋ ਖਾਣਾ ਖਾਣ ਵੇਲੇ ਬਹੁਤ ਗੱਲਾਂ ਕਰਦਾ ਹੈ। ਉਸ ਦੀ ਇਸ ਆਦਤ ਨੂੰ ਸੁਧਾਰਨ ਲਈ ਤੁਸੀਂ ਕੀ ਕਰੋਗੇ।
ਐੜਾ ਪ੍ਰਸ਼ਨ, ਖਾਣੇ ਤੇ ਮੇਜ਼ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ? ਆਪਣੇ ਵਿਚਾਰ ਦਿਓ। ਵਿਦਿਆਰਥੀਓ, ਕੁਐਸਚਨ ਤੁਸੀਂ ਆਪਣੇ ਆਪ ਹੀ ਆਪਣੀ ਕਾਪੀਆਂ 'ਤੇ ਨੋਟ ਕਰਨੇ ਹਨ। ਇਹਨਾਂ ਦੇ ਉੱਤਰ ਵੱਖਰੇ ਵੱਖਰੇ ਹੋ ਸਕਦੇ ਹਨ, ਤੁਹਾਡੇ ਵਿਚਾਰ ਵੱਖਰੇ ਹੋ ਸਕਦੇ ਹਨ। ਤੁਸੀਂ ਆਪਣੇ ਵਿਚਾਰ ਨਾਲ ਇਹਨਾਂ ਦੇ ਉੱਤਰ ਦੇਣੇ ਹਨ। ਈਡੀ ਪ੍ਰਸ਼ਨ, ਪੜ੍ਹਾਈ ਕਰਦਿਆਂ ਕੁਝ ਵੀ ਖਾਣਾ ਚੰਗੀ ਆਦਤ ਨਹੀਂ ਹੈ। ਜੇ ਕੋਈ ਵਿਦਿਆਰਥੀ ਕਲਾਸ ਵਿੱਚ ਪੜ੍ਹਾਈ ਸਮੇਂ ਟਾਫੀਆਂ ਜਾਂ ਕੁਝ ਹੋਰ ਖਾਂਦਾ ਰਹਿੰਦਾ ਹੈ ਤਾਂ ਉਸ ਦੀ ਇਸ ਆਦਤ ਨੂੰ ਸੁਧਾਰਨ ਲਈ ਤੁਸੀਂ ਕੀ ਕਰੋਗੇ? ਆਪਣੇ ਲੈਵਲ 'ਤੇ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਦੇਣਾ ਹੈ। ਵਿਦਿਆਰਥੀਓ, ਤੁਸੀਂ ਇਸ ਦਾ ਕੀ ਉੱਤਰ ਦਿਓਗੇ? ਪੜ੍ਹਾਈ ਕਰਦਿਆਂ ਜਾਂ ਆਪਾਂ ਟੀਵੀ ਦੇਖਦਿਆਂ ਵੀ ਕੁਝ ਨਹੀਂ ਖਾਣਾ ਚਾਹੀਦਾ ਗਾ, ਜਾਂ ਖਾਣਾ ਖਾਣ ਸਮੇਂ ਟੀਵੀ ਨਹੀਂ ਦੇਖਣਾ ਚਾਹੀਦਾ, ਇਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਦਿਓਗੇ। ਨੈਕਸਟ ਕੁਐਸਚਨ, ਸੱਸਾ ਕੁਐਸਚਨ ਹੈ, ਭੋਜਨ ਸਾਡੀ ਮੁੱਢਲੀ ਜ਼ਰੂਰਤ ਹੈ ਅਤੇ ਇਹ ਬਹੁਤ ਕੀਮਤੀ ਹੈ। ਇੱਕ ਵਿਦਿਆਰਥੀ ਬਹੁਤ ਜ਼ਿਆਦਾ ਭੋਜਨ ਬਰਬਾਦ ਕਰਦਾ ਹੈ। ਤੁਸੀਂ ਉਸ ਨੂੰ ਭੋਜਨ ਦੀ ਕੀਮਤ ਬਾਰੇ ਕਿਵੇਂ ਸਮਝਾਓਗੇ? ਵਿਦਿਆਰਥੀਓ, ਆਪਣੇ ਦੇਸ਼ ਦੇ ਵਿੱਚ ਕਾਫੀ ਸਾਰੇ ਬੱਚੇ ਜਿਹੜੇ ਆ ਰਾਤ ਨੂੰ ਭੁੱਖੇ ਸੌਂਦੇ ਹਨ, ਤਾਂ ਤੁਸੀਂ ਆਪਣੇ ਵਿਚਾਰ ਦੇਣੇ ਹਨ ਕਿ ਆਪਾਂ ਭੋਜਨ ਨੂੰ ਕਿਵੇਂ ਬਚਾਉਣਾ ਹੈ। ਹਾਹਾ ਪ੍ਰਸ਼ਨ, ਮੰਨ ਲਓ ਤੁਹਾਡੀ ਕਲਾਸ ਵਿੱਚ ਇੱਕ ਵਿਦਿਆਰਥੀ ਰੋ ਰਿਹਾ ਹੈ ਕਿਉਂਕਿ ਉਸ ਨੂੰ ਬਹੁਤ ਭੁੱਖ ਲੱਗੀ ਹੈ। ਤੁਸੀਂ ਉਸ ਦੀ ਮਦਦ ਕਿਵੇਂ ਕਰੋਗੇ? ਤਾਂ ਵਿਦਿਆਰਥੀਓ, ਤੁਸੀਂ ਉਸ ਨਾਲ ਖਾਣੇ ਨੂੰ ਸ਼ੇਅਰ ਕਰੋਗੇ, ਆਪਣਾ ਖਾਣਾ ਉਸ ਨੂੰ ਦਿਓਗੇ, ਜਾਂ ਉਸ ਨੂੰ ਆਪਣੇ ਨਾਲ ਲਿਜਾ ਕੇ ਮਿਡ ਡੇ ਮੀਲ ਦਾ ਖਾਣਾ ਖਿਲਾਓਗੇ? ਜਿਵੇਂ ਵੀ ਹੈ, ਤੁਹਾਡੇ ਆਪਦੇ ਵਿਚਾਰਾਂ ਦੇ ਵਿੱਚ ਇਸ ਪ੍ਰਸ਼ਨ ਦਾ ਤੁਸੀਂ ਉੱਤਰ ਦੇਣਾ ਹੈ। ਨੈਕਸਟ ਕੁਐਸਚਨ, ਆਓ ਸਹੀ ਅਤੇ ਗਲਤ ਦੀ ਚੋਣ ਕਰੀਏ। ਸਭ ਤੋਂ ਪਹਿਲਾਂ, ਖਾਣੇ ਤੋਂ ਪਹਿਲਾਂ ਹੱਥ ਧੋਵੋ, ਆਪਣੀ ਵਾਰੀ ਦੀ ਉਡੀਕ ਨਾ ਕਰੋ। ਇਹਨਾਂ 'ਚੋਂ ਸਹੀ ਗਲਤ ਤੁਸੀਂ ਚੂਜ਼ ਕਰਨਾ ਹੈ। ਖਾਣਾ ਚਬਾਉਂਦੇ ਸਮੇਂ ਲਗਾਤਾਰ ਗੱਲਾਂ ਕਰੋ, ਇਹ ਸਹੀ ਹੈ ਜਾਂ ਗਲਤ ਹੈ? ਇਹ ਗਲਤ ਗੱਲ ਹੈ। ਭੋਜਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਰੱਬ ਦਾ ਧੰਨਵਾਦ ਕਰੋ, ਬਿਲਕੁਲ ਇਹ ਸਹੀ ਗੱਲ ਹੈ। ਭੋਜਨ ਪਿਆਰ ਨਾਲ ਪਰੋਸੋ, ਭੋਜਨ ਨੂੰ ਪਿਆਰ ਨਾਲ ਪਰੋਸਣਾ ਚਾਹੀਦਾ ਹੈ, ਇਹ ਵੀ ਸਹੀ ਹੈ। ਖਾਣਾ ਕਾਹਲੀ ਨਾਲ ਖਾਓ, ਇਹ ਗਲਤ ਹੈ। ਖਾਣੇ ਤੋਂ ਪਹਿਲਾਂ ਹੱਥ ਧੋਵੋ, ਇਹ ਬਿਲਕੁਲ ਸਹੀ ਚੋਣ ਹੈ। ਆਪਣੀ ਵਾਰੀ ਦੀ ਉਡੀਕ ਨਾ ਕਰੋ, ਆਪਣੀ ਵਾਰੀ ਦੀ ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਜਦੋਂ ਸਾਡੇ ਕੋਲ ਭੋਜਨ ਪਰੋਸਣ ਲਈ ਆਏਗਾ, ਉਦੋਂ ਹੀ ਆਪਾਂ ਭੋਜਨ ਨੂੰ ਪਰੋਸਣਾ ਹੈ, ਖਾਣਾ ਹੈ। ਤਾਂ ਵਿਦਿਆਰਥੀਓ, ਨੈਕਸਟ, ਪਿਆਰੇ ਬੱਚਿਓ, ਤੁਹਾਨੂੰ ਖਾਣ ਦੀਆਂ ਚੰਗੀਆਂ ਆਦਤਾਂ ਅਤੇ ਸਲੀਕੇ ਦਾ ਪਾਲਣ ਕਰਨਾ ਚਾਹੀਦਾ ਹੈ। ਇਹ ਆਦਤਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਦਾ ਸੁਨਹਿਰੀ ਹਿੱਸਾ ਬਣ ਜਾਣਗੀਆਂ। ਨੈਕਸਟ ਕੁਐਸਚਨ, ਕੀ ਤੁਸੀਂ ਆਪਣੇ ਆਪ ਕੋਈ ਬਦਲਾਅ ਕੀਤਾ ਹੈ? ਜੇ ਹਾਂ, ਤਾਂ ਘੱਟੋ ਘੱਟ 5 ਅਜਿਹੀਆਂ ਖਾਣ ਦੀਆਂ ਚੰਗੀਆਂ ਆਦਤਾਂ ਦੀ ਸੂਚੀ ਬਣਾਓ। ਇਸ ਅਭਿਆਸ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪਦੇ ਆਪ ਦੇ ਵਿੱਚ ਜੋ ਬਦਲਾਅ ਕੀਤੇ ਹਨ 5, ਉਹ ਤੁਸੀਂ ਲਿਖਣੇ ਹਨ। ਵਿਦਿਆਰਥੀਓ, ਜੋ ਵੀ 5 ਬਦਲਾਅ ਤੁਸੀਂ ਆਪਦੇ ਲੈਵਲ 'ਤੇ ਕੀਤੇ ਹਨ, ਉਹਨਾਂ ਨੂੰ ਤੁਸੀਂ ਇੱਥੇ ਦਰਸਾਉਣਾ ਹੈ। ਉਹਦੇ ਉੱਤਰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਲਿਖਣੇ ਹਨ। ਤੁਸੀਂ ਆਪਦੇ ਲੈਵਲ 'ਤੇ ਆਪਦੇ ਆਪ 'ਚ ਕੀ ਸੁਧਾਰ ਕੀਤਾ? ਵੀ ਖਾਣੇ ਤੋਂ ਪਹਿਲਾਂ ਹੱਥ ਧੋਤੇ, ਖਾਣੇ ਤੋਂ ਪਹਿਲਾਂ ਰੱਬ ਦਾ ਸ਼ੁਕਰ ਕੀਤਾ। ਜਿਹੜੇ ਵੀ ਤੁਹਾਡੇ ਵਿਚਾਰ ਨੇ, ਤੁਸੀਂ ਇਹਨਾਂ ਵਿਚਾਰਾਂ ਨੂੰ ਇੱਥੇ ਪ੍ਰਗਟ ਕਰੋਗੇ, ਆਪਣੇ ਉੱਤਰ ਜਿਹੜੇ ਹੈ ਲਿਖੋਗੇ। ਉਸ ਤੋਂ ਬਾਅਦ ਐੜਾ ਪ੍ਰਸ਼ਨ, ਖਾਣ ਦੀਆਂ ਚੰਗੀਆਂ ਆਦਤਾਂ ਨੂੰ ਦਰਸਾਉਂਦਾ ਹੋਇਆ ਇੱਕ ਚਿੱਤਰ ਬਣਾਓ। ਖਾਣ ਦੀਆਂ ਚੰਗੀਆਂ ਆਦਤਾਂ ਨੂੰ ਦਰਸਾਉਂਦਾ ਹੋਇਆ ਤੁਸੀਂ ਇੱਕ ਚਿੱਤਰ ਬਣਾਉਣਾ ਹੈ ਵਿਦਿਆਰਥੀਓ, ਠੀਕ ਹੈ। ਕਿਸ ਤਰ੍ਹਾਂ ਹੱਥ ਧੋਣੇ ਹਨ, ਉਹ ਤੁਹਾਡੀ ਮਰਜ਼ੀ ਦਾ ਕੋਈ ਵੀ ਚਿੱਤਰ ਹੋਏਗਾ, ਤੁਸੀਂ ਇਸ ਨੂੰ ਬਣਾਓਗੇ। ਸਵੇਰ ਦੀ ਸਭਾ ਵਿੱਚ ਖਾਣ ਦੀਆਂ ਚੰਗੀਆਂ ਆਦਤਾਂ ਬਾਰੇ ਚਰਚਾ ਕਰੋ। ਜਦੋਂ ਵਿਦਿਆਰਥੀ ਸਕੂਲ ਲੱਗਣਗੇ, ਉਦੋਂ ਆਪਾਂ ਇਹ ਚਰਚਾ ਕਰਾਂਗੇ। ਫਿਲਹਾਲ ਜਿਹੜੇ ਹੈ ਸਕੂਲ ਲੋਕਡਾਊਨ ਕਰਕੇ ਬੰਦ ਪਏ ਨੇ। ਜਦੋਂ ਸਕੂਲ ਖੁੱਲ੍ਹਣਗੇ, ਆਪਾਂ ਇਸੇ ਚਰਚਾ ਕਰਾਂਗੇ। ਖਾਣ ਦੀਆਂ ਚੰਗੀਆਂ ਆਦਤਾਂ ਸਾਡੇ ਅੰਦਰ ਆਤਮ ਵਿਸ਼ਵਾਸ ਜਗਾਉਂਦੀਆਂ ਹਨ ਅਤੇ ਸਾਨੂੰ ਸਿਹਤਮੰਦ ਬਣਾਉਂਦੀਆਂ ਹਨ। ਖੁਸ਼ਹਾਲ ਅਤੇ ਸਿਹਤਮੰਦ ਜ਼ਿੰਦਗੀ ਜੀਓ। ਤਾਂ ਵਿਦਿਆਰਥੀਓ, ਬਹੁਤ ਹੀ ਆਸਾਨ ਚੈਪਟਰ ਸੀ। ਤਾਂ IPS ਜਿਹੜਾ ਮੈਥ ਕਲਾਸਿਸ YouTube ਚੈਨਲ ਹੈ, ਇਸ ਨੂੰ ਤੁਸੀਂ ਸਬਸਕ੍ਰਾਈਬ ਕਰੋ। ਇਸ ਦੇ ਉੱਪਰ ਮੈਥ ਵਿਸ਼ੇ ਦੀਆਂ ਵੀਡੀਓਜ਼ ਵੀ ਅਵੇਲੇਬਲ ਹਨ। ਮੈਥ ਹੁਣ ਡਰਾਉਣ ਵਾਲਾ ਸੁਪਨਾ ਨਹੀਂ ਰਿਹਾ। ਹੁਣ ਘਰ ਬੈਠੇ ਹੀ YouTube 'ਤੇ ਮੈਥ ਸਿੱਖਣ ਲਈ IPS ਮੈਥ ਕਲਾਸਿਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।